ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ OMG TV ਤੇ ਮੈਂ ਮਾਹੀ। ਇਸ ਸਮੇਂ ਅਸੀਂ ਬਠਿੰਡਾ ਦੇ ਚੱਕ ਫਤਿਹ ਸਿੰਘ ਵਾਲਾ ਪਿੰਡ ਵਿੱਚ, ਜਿੱਥੇ ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਆਏ ਹਾਂ, ਜਿੱਥੇ ਕਿ ਮਾਈ ਦੇਸਾ ਦੇ ਅਰਦਾਸ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ 9 ਦਿਨਾਂ ਤੱਕ ਇੱਥੇ ਠਹਿਰੇ। ਤੇ ਹੁਣ ਕਿਹਾ ਜਾਂਦਾ ਹੈ ਕਿ ਜਿੱਥੇ ਉਹ ਠਹਿਰੇ ਸੀ, ਹੁਣ ਮਾਈ ਦੇਸਾ ਦੇ ਜਿਹੜੇ ਵੰਸ਼ਜ ਹੈ ਉਹ ਰਹਿ ਰਹੇ ਨੇ। ਬਹੁਤ ਹੀ ਸਾਜੋ ਸੰਭਾਲ ਦੇ ਨਾਲ ਗੁਰੂ ਸਾਹਿਬਾਨਾਂ ਦਾ ਜਿਹੜੀਆਂ ਨਿਸ਼ਾਨੀਆਂ ਨੇ ਉਹ ਸੰਭਾਲ ਕੇ ਰੱਖੀਆਂ ਗਈਆਂ ਨੇ, ਜਿਵੇਂ ਕਿ ਪਵਿੱਤਰ ਦਸਤਾਰ, ਮਾਤਾ ਜੀ ਦੇ ਖੜਾਊਂ ਤੇ ਹੋਰ ਬਹੁਤ ਸਾਰਾ ਸਮਾਨ ਹੈ। ਬਹੁਤ ਸਾਰੀਆਂ ਨਿਸ਼ਾਨੀਆਂ ਨੇ ਜਿਹੜੀਆਂ ਕਿ ਬਹੁਤ ਹੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਬਾਕੀ ਇੱਥੋਂ ਦਾ ਇਤਿਹਾਸ ਕੀ ਹੈ, ਇੱਥੋਂ ਦੇ ਬਾਬਾ ਜੀ ਤੋਂ ਜਾਣਾਂਗੇ। ਮਾਈ ਦੇਸਾ ਦੇ 10ਵੀਂ ਪੀੜ੍ਹੀ ਦੇ ਵੰਸ਼ਜ ਜਿਹੜੇ ਨੇ ਸਾਡੇ ਨਾਲ ਨੇ, ਜਿਹੜੇ ਕਿ ਮੁੱਖ ਸੇਵਾਦਾਰ ਵੀ ਨੇ, ਬਾਬਾ ਜੀ ਜਸਵੀਰ ਸਿੰਘ ਜੀ। ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਆ ਇਤਿਹਾਸ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਚੈਨਲ ਤੇ ਜੋ ਵੀ ਸੰਗਤਾਂ ਤੁਹਾਨੂੰ ਵੇਖ ਸੁਣ ਰਹੀਆਂ, ਤੁਹਾਨੂੰ, ਤੁਹਾਡੀ ਟੀਮ ਨੂੰ, ਸਾਰਿਆਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ? ਕਹਿੰਦੇ ਕਿ ਜਿੰਨਾ ਵੀ ਅਸੀਂ ਦੇਖਿਆ ਹੈਗਾ ਸਾਰਾ ਉਵੇਂ ਦਾ ਉਵੇਂ ਹੀ ਹੈ। ਜੇ ਛੱਤ ਹੈਗੀ ਹੈ ਜਾਂ ਬੁਰਜ ਹੈ, ਸਾਰਾ ਉਵੇਂ ਦਾ ਉਵੇਂ ਹੀ ਆ। ਤੇ ਇਹਨੂੰ ਬਦਲਿਆ ਕਿਉਂ ਨਹੀਂ ਗਿਆ? ਕਿਉਂਕਿ ਹਰੇਕ ਥਾਂ ਤੇ ਕੁਛ ਨਾ ਕੁਛ ਬਦਲਾਅ ਜ਼ਰੂਰ ਹੁੰਦੇ ਆ। ਹਾਂ, ਇਹ ਇਸ ਤਰ੍ਹਾਂ ਪੁੱਤਰ ਕਿ ਇਹ ਜਿਹੜਾ ਇਤਿਹਾਸ ਆਪਾਂ ਪਹਿਲਾਂ ਇਹਦੀ ਸਾਂਝ ਪਾ ਲਈਏ ਕਿ ਜਿਹੜਾ ਇੱਥੋਂ ਦਾ ਇਤਿਹਾਸ ਹੈ, ਇੱਥੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ, ਤਿੰਨੋਂ ਇੱਥੇ 9 ਦਿਨ ਰਹੇ ਨੇ। ਜਿਨ੍ਹਾਂ ਕੋਲ ਰਹੇ ਸੀ ਉਹ ਭਾਈ ਭਗਤੂ ਦੀ ਅੰਸ਼ ਵੰਸ਼ 'ਚੋਂ ਸੀਗੇ ਮਾਈ ਦੇਸਾਂ ਜੀ, ਜਿਹੜੇ ਉਹਨਾਂ ਦੇ ਬਹੁਤ ਹੀ ਅਨੰਨ ਸੇਵਕ ਤੇ ਭਗਤ ਸੀਗੇ, ਜੋ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਸੀ, ਸੇਵਾ ਸਿਮਰਨ ਕਰਦੇ ਸੀ। ਪਰ ਜਦੋਂ ਪਰਿਵਾਰ ਵਿਛੋੜੇ ਦਾ ਟਾਈਮ ਆਇਆ, ਉਹ ਘਟਨਾਵਾਂ ਘਟੀਆਂ ਅਤੇ ਉਦੋਂ ਬਾਅਦ ਮਾਤਾ ਜੀ ਇੱਥੇ ਘਰ ਹੀ ਸੀਗੇ, ਤਾਂ ਉਹਨਾਂ ਨੇ ਹਰ ਵੇਲੇ ਸਿਮਰਨ ਕਰਨਾ ਸ਼ੁਰੂ ਕੀਤਾ ਕਿ ਪਾਤਸ਼ਾਹ, ਮੈਂ ਤਾਂ ਹੁਣ ਕਿਤੇ ਆ ਜਾ ਨਹੀਂ ਸਕਦੀ, ਤੁਹਾਡਾ ਪਤਾ ਹੀ ਨਹੀਂ ਤੁਸੀਂ ਕਿੱਥੇ ਹੋ, ਤੁਸੀਂ ਮੈਨੂੰ ਦਰਸ਼ਨ ਦਿਦਾਰੇ ਬਖਸ਼ੋ, ਮੇਰੇ ਘਰ ਆਓ। ਉਹਨਾਂ ਦੀ ਇਸ ਭਗਤੀ ਤੋਂ ਖੁਸ਼ ਹੋ ਕੇ ਮਹਾਰਾਜ ਜਦੋਂ ਦਮਦਮਾ ਸਾਹਿਬ ਠਹਿਰੇ ਹੋਏ ਸੀ, ਉੱਥੇ ਸੰਗਤ ਦਰਸ਼ਨ ਕਰਨ ਗਈ। ਭਾਈ ਰਾਮ ਸਿੰਘ ਫਤਿਹ ਸਿੰਘ ਹੋਰੀ, ਤਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਕੋਈ ਬਰਾਗਣ ਰੂਹ ਚੇਤੇ ਕਰਦੀ ਆ, ਤੁਹਾਡੇ ਨਗਰ ਅਸੀਂ ਆਉਣਾ, ਚੱਲ ਕੇ ਤਿਆਰੀਆਂ ਕਰੋ। ਫਿਰ ਉਹ ਰਾਮ ਸਿੰਘ ਹੋਰਾਂ ਨੇ ਆ ਕੇ ਤਿਆਰੀਆਂ ਕੀਤੀਆਂ, ਜਿੱਥੇ ਹੁਣ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ। ਪਾਤਸ਼ਾਹ ਮਾਤਾ ਸਾਹਿਬ ਕੌਰ, ਸੁੰਦਰ ਕੌਰ ਸਮੇਤ ਚੱਲ ਕੇ ਇਸ ਸਥਾਨ 'ਤੇ ਆਏ। ਇੱਥੇ ਆ ਕੇ ਮਾਤਾ ਜੀ ਨੂੰ ਮਿਲੇ ਔਰ ਬਚਨ ਕੀਤੇ ਕਿ ਜੇ ਅੱਜ ਅਸੀਂ ਇੱਥੇ ਆਏ ਹਾਂ, ਤੁਹਾਡੀ ਪ੍ਰੇਮਾ ਭਗਤੀ ਸਦਕਾ, ਤੁਹਾਡੇ ਪਿਆਰ ਸਦਕਾ ਆਏ ਹਾਂ, ਅਤੇ ਅਸੀਂ ਤੁਹਾਡੇ ਕੋਲ ਹੀ ਵਿਰਾਜਾਂਗੇ। ਅਤੇ ਪਾਤਸ਼ਾਹ 9 ਦਿਨ ਬੜੇ ਖੁਸ਼ ਹੋ ਕੇ ਇਸ ਸਥਾਨ 'ਤੇ ਰਹੇ ਆ, ਇਸ ਬੁਰਜ ਦੇ ਵਿੱਚ। ਉਹ ਕੱਚਾ ਬੁਰਜ ਅੱਜ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਉਦੋਂ ਸੀਗਾ। ਜਾਣੀ ਇਹ ਕਹਿ ਸਕਦੇ ਹਾਂ ਕਿ ਮਹਾਰਾਜ ਦੇ ਆਉਣ ਤੋਂ ਵੀ ਪਹਿਲਾਂ ਜਿਹੜੀ ਭਾਈ ਭਗਤੂ ਜੀ ਦੀ ਦੂਸਰੀ ਸਪਤਨੀ ਆ ਮਾਈ ਵੀਰੋ ਜੀ, ਉਹਨਾਂ ਨੇ ਆਪਣੇ ਹੱਥੀਂ ਇਹਨੂੰ ਤਕਰੀਬਨ 100 ਸਾਲ ਪਹਿਲਾਂ ਇਹਨੂੰ ਤਿਆਰ ਕੀਤਾ ਸੀ। ਇਹ ਨਗਰ ਦਾ ਨਾਂ ਰੱਖਿਆ ਸੀ ਭਾਈ ਕਾ ਚੱਕ। ਉਦੋਂ ਤੋਂ ਲੈ ਕੇ ਇਹ ਅੱਜ ਵੀ ਉਸੇ ਰੂਪ ਦੇ ਵਿੱਚ ਹੀ। ਇਹੀ ਇਹਦੀ ਵਿਲੱਖਣਤਾ ਕਿ ਪਰਿਵਾਰ ਵਿਛੋੜੇ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਕੌਰ, ਸੁੰਦਰ ਕੌਰ ਜੇ ਕਿਸੇ ਸੱਤ ਹੇਠ ਇਕੱਠੇ ਰਹੇ ਆ, ਤਾਂ ਅੱਜ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਆਖਰੀ ਬਚੀ ਹੈ, ਜਿਹੜੀ ਇਹ ਮਾਈ ਦੇਸਾਂ ਦਾ ਬੁਰਜ ਆ, ਜਿਹੜੀ ਅੱਜ ਵੀ ਉਸੇ ਰੂਪ 'ਚ ਹੀ ਆ। ਨਿਸ਼ਾਨੀਆਂ ਜਿਹੜੀਆਂ ਪਾਤਸ਼ਾਹ ਬਖਸ਼ਿਸ਼ ਕਰਕੇ ਗਏ ਆ, ਉਹ ਤਾਂ ਇੱਥੇ ਹੈਗੀਆਂ ਹੀ ਆ। ਉਹਨਾਂ ਦੀ ਦਸਤਾਰ ਹੈ, ਹੋਰ ਕਾਫੀ ਨਿਸ਼ਾਨੀਆਂ ਹੋਰ ਜਗ੍ਹਾ, ਬੜੀਆਂ ਜਗ੍ਹਾ 'ਤੇ ਪਈਆਂ ਜਿੱਥੇ ਜਿੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ। ਪਰ ਇਹਦੀ ਵਿਲੱਖਣਤਾ ਇਹ ਹੈ ਕਿ ਉਹ ਰੂਮ, ਉਹ ਕਮਰਾ ਅੱਜ ਵੀ ਉਸੇ ਰੂਪ 'ਚ ਹੀ ਹੈ। ਬਾਬਾ ਜੀ, ਜਿਹੜੇ ਇੱਥੇ ਸਮਾਗਮ ਵੀ ਹੁੰਦੇ ਹੋਣਗੇ, ਇਕੱਠ ਵੀ ਹੁੰਦੇ ਹੋਣਗੇ, ਕਦੋਂ ਹੁੰਦੇ ਆ? ਇਹਦੇ 'ਚ ਪੁੱਤਰ ਇੱਕ ਤਾਂ ਜਦੋਂ ਪਾਤਸ਼ਾਹ ਇੱਥੇ ਆਏ ਸੀਗੇ, ਉਹ 1763 ਬਿਕਰਮੀ ਦੇ ਵਿੱਚ 18 ਜੇਠ ਵਾਲੇ ਦਿਨ ਆਏ ਸੀ। 18 ਜੇਠ ਤੋਂ ਲੈ ਕੇ 26 ਜੇਠ ਤੱਕ ਸਤਿਗੁਰੂ ਇੱਥੇ ਰਹੇ ਆ। ਉਹ ਜਿਹੜਾ 9 ਦਿਨ ਹੁੰਦੇ ਆ, ਉਹਨਾਂ 9 ਦਿਨਾਂ ਦੇ ਦੌਰਾਨ ਹੀ ਇੱਥੇ ਸਮਾਗਮ ਹੁੰਦੇ ਆ। ਪਹਿਲਾਂ ਥੋੜ੍ਹੇ ਛੋਟੇ ਸਮਾਗਮ ਹੁੰਦੇ ਸੀ, ਇੱਕ ਅਖੰਡ ਪਾਠ ਸਾਹਿਬ ਹੋ ਗਿਆ ਅਤੇ ਸੰਗਤਾਂ ਨੇ, ਨਗਰ ਦੀਆਂ ਨੇ ਰਲ ਕੇ ਉਹਨੂੰ ਕਰ ਲਿਆ, ਹੈ ਨਾ। ਪਰ ਪਿਛਲੇ ਸਾਲ ਤੋਂ ਮਾਤਾ ਦੇਸਾਂ ਜੀ ਨੇ ਸਾਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਕਿ 9 ਦਿਨ ਸਤਿਗੁਰੂ ਰਹਿੰਦੇ ਆ। ਸਿੰਘਾਂ ਸ਼ਹੀਦਾਂ ਦਾ ਇੱਥੇ ਪਹਿਰਾ ਹੁੰਦਾ। ਆਪ ਸਤਿਗੁਰੂ ਬਖਸ਼ਿਸ਼ਾਂ ਕਰਕੇ ਗਏ ਆ। ਉਹਨਾਂ ਦਿਨਾਂ ਦੌਰਾਨ ਤੁਸੀਂ ਲਗਾਤਾਰ 9 ਦਿਨ ਹੀ ਸੇਵਾ ਸਿਮਰਨ ਦੇ ਪ੍ਰਵਾਹ ਚਲਾਓ, ਪਾਠ ਖੰਡ ਪਾਠ ਇੱਥੇ ਹੋਣ। ਤਾਂ ਅਸੀਂ ਉਹ ਸੰਗਤਾਂ ਨਾਲ ਸਾਂਝ ਪਾਈ। ਤਾਂ ਪਿਛਲੇ ਸਾਲ ਵੀ ਕਾਫੀ ਸੰਗਤਾਂ 9 ਦੇ 9 ਦਿਨ ਹੀ ਆ ਕੇ ਦਰਸ਼ਨ ਦਿਦਾਰੇ ਕੀਤੇ। ਬੜੇ ਸੋਹਣੇ ਸਮਾਗਮ ਹੋਏ। ਇਸ ਵਾਰ ਵੀ ਉਹ ਉਸੇ ਤਰ੍ਹਾਂ ਹੀ 31 ਮਈ ਤੋਂ ਸ਼ੁਰੂ ਨੇ ਸਮਾਗਮ, 31 ਮਈ ਤੋਂ 8 ਜੂਨ ਤੱਕ। ਉਹਦੇ ਲਈ ਵੀ ਅਸੀਂ ਜਿਹੜਾ ਕੋਈ ਸੰਗਤਾਂ ਵੇਖ ਸੁਣ ਰਹੀਆਂ, ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਆ ਕੇ ਹਾਜ਼ਰੀਆਂ ਭਰੋ ਇੱਥੇ। ਜੋ 5 ਜੂਨ ਦਾ ਦਿਨ ਹੋਊਗਾ, ਉਸ ਦਿਨ ਅੰਮ੍ਰਿਤ ਸੰਚਾਰ ਹੋਵੇਗਾ, ਖੰਡੇ ਦੀ ਪੌਲ ਤਿਆਰ ਹੋਵੇਗੀ। ਜਿਹੜੀਆਂ ਸੰਗਤਾਂ ਖੰਡੇ ਦੀ ਪੌਲ ਛਕਣਾ ਚਾਹੁੰਦੀਆਂ, ਉਹ ਵੀ ਇੱਥੇ ਪਹੁੰਚ ਕੇ ਮਾਈ ਦੇਸਾਂ ਦੇ ਗੁਰਦੁਆਰਾ ਸਾਹਿਬ ਛਕ ਸਕਦੀਆਂ। ਅਤੇ ਬਾਕੀ ਜੋ ਮਾਈ ਦੇਸਾਂ ਦੀ ਵਰਸੀ ਹੁੰਦੀ ਹੈ, ਉਹ ਹਰ ਸਾਲ ਪਹਿਲੇ ਸਰਾਧ ਵਾਲੇ ਦਿਨ ਇੱਥੇ ਮਨਾਈ ਜਾਂਦੀ ਹੈ ਬੜੀ ਧੂਮਧਾਮ ਦੇ ਨਾਲ। ਉਸ ਟਾਈਮ ਵੀ ਸੰਗਤਾਂ ਬਹੁਤ ਦੂਰ ਦੇ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੀਆਂ ਹਨ। ਬਾਕੀ ਜਿਹੜਾ ਇੱਥੋਂ ਦਾ ਵੈਸੇ ਇੱਕ ਇਤਿਹਾਸ ਬਣਿਆ ਹੋਇਆ ਕਿ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਦੇਸ਼ ਵਿਦੇਸ਼ ਦੀਆਂ ਨੂੰ
ਕਿ ਸਤਿਗੁਰਾਂ ਦੀ ਇੱਕੋ ਇੱਕ ਨਿਸ਼ਾਨੀ ਹੈ ਇਹ, ਜਿੱਥੇ ਅਸੀਂ ਜਾ ਕੇ ਸਕੂਨ ਹਾਸਲ ਕਰ ਸਕਦੇ ਹਾਂ, ਜਿੱਥੇ ਬੈਠ ਕੇ ਆਪਾਂ ਨੂੰ ਆਨੰਦ ਆਉਂਦਾ, ਸ਼ਾਂਤੀ ਆਉਂਦੀ ਆ। ਉਹ ਉਹੀ ਰੂਮ ਆ, ਉਸੇ ਤਰ੍ਹਾਂ ਹੀ ਬੁਰਜ ਸਾਹਿਬ ਆ। ਅਤੇ ਦਿਨ ਰਾਤ ਹੀ ਸੰਗਤਾਂ ਇੱਥੇ ਆ ਰਹੀਆਂ, ਸੁਬਾਹ ਤੋਂ ਸ਼ਾਮ ਤੱਕ ਸੰਗਤਾਂ ਇੱਥੇ ਦਰਸ਼ਨ ਦਿਦਾਰੇ ਰੋਜ਼ਾਨਾ ਹੀ ਕਰਦੀਆਂ। ਵੈਸੇ ਜਿਵੇਂ ਆਪਣੇ ਇੱਕ ਰਿਵਾਜ ਬਣਿਆ ਹੁੰਦਾ ਕਿ ਮੱਸਿਆ ਨੂੰ ਜ਼ਿਆਦਾ ਸੰਗਤਾਂ ਆ ਜਾਂਦੀਆਂ, ਥੋੜ੍ਹੀਆਂ ਜਿਹੀਆਂ ਜਿਵੇਂ ਸੰਗਰਾਂਦ ਨੂੰ ਜ਼ਿਆਦਾ ਹੋ ਗਈਆਂ, ਦਸਵੀਂ ਵਾਲੇ ਦਿਨ ਸੰਗਤ ਵੱਧ ਹੋ ਜਾਂਦੀ ਆ। ਜਾਂ ਜਿਵੇਂ ਬੱਚੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਆ, ਤੁਸੀਂ ਦੇਖਿਆ ਜਹਾਜ਼ ਚੜ੍ਹਾਏ ਹੋਏ ਨੇ ਜਿਹੜੇ ਵਿਦੇਸ਼ ਗਏ ਨੇ, ਇਸ ਪਿੰਡ ਦੇ ਜਾਂ ਆਸੇ ਪਾਸੇ ਪਿੰਡਾਂ ਦੇ ਲੋਕ ਨੇ ਜਿਹੜੇ, ਉਹ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਜਾਂਦੇ ਆ, ਅਤੇ ਜਦੋਂ ਬੱਚਾ ਚਲਿਆ ਜਾਂਦਾ ਤਾਂ ਉਹ ਜਹਾਜ਼ ਚੜ੍ਹਾ ਜਾਂਦੇ ਆ, ਜਾਂ ਆਪਣੇ ਵੱਲੋਂ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਇਸ ਤਰ੍ਹਾਂ ਕਰਦੇ ਆ, ਹੈ ਨਾ। ਇਹ ਇੱਥੇ ਦੀ ਆ ਜਿਹੜੇ ਦਿਨ ਤਿਉਹਾਰ ਨੇ ਉਹ ਇਸ ਤਰ੍ਹਾਂ ਮਨਾਏ ਜਾਂਦੇ ਆ। ਸਤਿਗੁਰਾਂ ਦੇ ਗੁਰਪੁਰਬ ਮਨਾਏ ਜਾਂਦੇ ਆ, ਗੁਰੂ ਨਾਨਕ ਸਾਹਿਬ ਦਾ, ਗੁਰੂ ਦਸਵੇਂ ਪਾਤਸ਼ਾਹ ਦਾ। ਹਾਂਜੀ, ਇਸ ਤਰ੍ਹਾਂ ਦਾ ਇਹ ਇੱਥੋਂ ਦਾ ਇਤਿਹਾਸ ਹੈ ਜੀ। ਬਾਬਾ ਜੀ, ਜਦੋਂ ਗੁਰੂ ਸਾਹਿਬਾਨ ਦਮਦਮਾ ਸਾਹਿਬ ਤੋਂ ਚੱਲੇ ਸੀ, ਕਿੱਥੋਂ ਕਿੱਥੋਂ ਹੁੰਦੇ ਹੋਏ ਕਿੱਥੇ ਤੱਕ ਪਹੁੰਚੇ? ਹਾਂ, ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ। ਇਹ ਦੱਸਣਾ ਵੀ ਸੀ ਸੰਗਤਾਂ ਨੂੰ ਪਹਿਲਾਂ ਰਹਿ ਗਿਆ ਕਿ 18 ਜੇਠ ਨੂੰ ਜਿਹੜਾ ਆਪਾਂ ਇਹ ਦਿਨ ਤਿਉਹਾਰ ਮਨਾਉਣੇ ਆ, ਉਹਦੇ ਵਿੱਚ 2 ਦਿਨ ਇਹੋ ਜਿਹੇ ਹੁੰਦੇ ਨੇ ਕਿ ਮਾਤਾ ਨੇ ਸਾਨੂੰ ਕਿਹਾ ਸੀ ਕਿ ਜਿਵੇਂ ਆਪਣੇ ਬਜ਼ੁਰਗ ਜਾ ਕੇ ਕਾਫਲੇ ਦੇ ਰੂਪ 'ਚ ਸਤਿਗੁਰਾਂ ਨੂੰ ਲੈ ਕੇ ਆਏ ਸੀ ਦਮਦਮਾ ਸਾਹਿਬ ਤੋਂ, ਅਤੇ ਫਿਰ ਜਿਵੇਂ ਛੱਡ ਕੇ ਆਏ ਸੀਗੇ ਇੱਥੋਂ ਸਾਰੇ ਗੁਰਮੁਖ ਪਿਆਰੇ ਇਲਾਕੇ ਦੇ। ਅਤੇ ਉਹ ਭਾਈ ਰਾਮ ਸਿੰਘ ਫਤਿਹ ਸਿੰਘ ਦੀ ਅਗਵਾਈ ਦੇ ਵਿੱਚ, ਬਖਤ ਸਿੰਘ ਤਖਤ ਸਿੰਘ ਦੀ ਅਗਵਾਈ 'ਚ ਸਤਿਗੁਰੂ ਦਮਦਮਾ ਸਾਹਿਬ ਤੋਂ ਚੱਲਦੇ ਆ। ਉੱਥੋਂ ਜਿਵੇਂ ਹੁਣ ਪਿੰਡ ਜਿੱਥੇ ਵੱਜੇ ਹੋਏ ਨੇ ਭਾਗੀਬੰਦਰ ਤੋਂ ਜੀਵਨ ਸਿੰਘ ਵਾਲਾ ਤੋਂ ਕੋਟ ਸਮੀਰ ਤੋਂ ਉਸ ਟਾਈਮ ਹੋ ਸਕਦਾ ਕੋਈ ਸਿੱਧਾ ਰਸਤਾ ਵੀ ਹੋਵੇ, ਪਰ ਹੁਣ ਜੋ ਰਸਤਾ ਆ ਰਿਹਾ ਉਹ ਕੋਟ ਫੱਤਾ ਜਿੱਥੋਂ ਦੀ ਅਸੀਂ ਲੈ ਕੇ ਆਉਣੇ ਆ, ਉਹ ਨਗਰ ਕੀਰਤਨ ਧੰਨ ਸਿੰਘ ਖਾਨੇ ਤੋਂ ਬਾਅਦ ਇਹ ਪਿੰਡ ਚੱਕ ਫਤਿਹ ਸਿੰਘ ਵਾਲਾ ਆ ਜਾਂਦਾ। ਇਹ ਇਹਨਾਂ ਪਿੰਡਾਂ ਵਿੱਚ ਦੀ ਆਉਂਦਾ ਹੋਇਆ ਹੁਣ 18 ਜੇਠ ਵਾਲੇ ਦਿਨ ਹੁਣ ਵੀ ਉਹ ਨਗਰ ਕੀਰਤਨ ਇੱਥੇ ਪਹੁੰਚੂਗਾ, ਜੋ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੋਵੇਗਾ, ਹੈ ਨਾ। ਇੱਥੇ ਫਿਰ ਜਦੋਂ 9 ਦਿਨ ਪਾਤਸ਼ਾਹ ਰਹਿੰਦੇ ਆ ਅਤੇ ਇੱਥੋਂ ਜਾਂਦੇ ਆ, ਜਿਹੜੇ ਦਿਨ ਤੁਰਦੇ ਆ ਉਸ ਦਿਨ ਮਾਤਾ ਜੀ ਬੇਨਤੀ ਕਰਦੇ ਆ ਕਿ ਸਤਿਗੁਰੂ ਹੁਣ ਦੁਬਾਰਾ ਦਰਸ਼ਨ ਦਿਦਾਰੇ ਕਦੋਂ ਹੋਣਗੇ। ਤਾਂ ਸਤਿਗੁਰੂ ਆਪਣੀ ਨਿਸ਼ਾਨੀ ਵਜੋਂ ਦਸਤਾਰ ਦਿੰਦੇ ਆ ਮਾਤਾ ਨੂੰ ਕਿ ਜਦੋਂ ਹੀ ਤੁਸੀਂ ਨਿਤਨੇਮ ਕਰਕੇ ਦਸਤਾਰ ਦੇ ਮੂਹਰੇ ਬੈਠੋਗੇ, ਆਪਣੇ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋਗੇ। ਜਿਵੇਂ ਜਿਵੇਂ ਤੁਸੀਂ ਆਪਣੇ ਸਵਾਸਾਂ ਨੂੰ ਮਹਿਸੂਸ ਕਰੋਗੇ, ਤੁਹਾਨੂੰ ਸਾਡੇ ਹੀ ਦਰਸ਼ਨ ਹੋਇਆ ਕਰਨਗੇ। ਇਹ ਗੁਰੂ ਨਾਨਕ ਸਾਹਿਬ ਦੀ ਵਿਧੀ ਜੋ ਝੋਲੀ ਪਾਈ ਪਹਿਲਾਂ ਵੀ ਮਾਤਾ ਨੂੰ ਬਖਸ਼ਿਸ਼ ਕੀਤੀ ਹੋਈ ਸੀ ਕਿ ਪਵਨ ਗੁਰੂ ਹੈ ਪੂਰੀ ਸ੍ਰਿਸ਼ਟੀ ਦਾ, ਇਹਦੇ ਨਾਲ ਹੀ ਅਸੀਂ ਵਿਚਲਦੇ ਹਾਂ, ਇਹੀ ਸਾਡੇ ਸੰਗ ਆ 24 ਘੰਟੇ। ਜਿਹੜਾ ਬੰਦਾ ਵੀ ਗੁਰੂ ਦੇ ਚਰਨੀ ਲੱਗਣਾ ਚਾਹੁੰਦਾ, ਸਤਿਗੁਰੂ ਕਹਿੰਦੇ ਉਹ ਸ਼ਾਂਤ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਸਵਾਸਾਂ ਨੂੰ ਮਹਿਸੂਸ ਕਰੇ। ਜਿਵੇਂ ਜਿਵੇਂ ਆਪਣੇ ਸਵਾਸਾਂ ਨੂੰ ਮਹਿਸੂਸ ਕਰੂਗਾ, ਜਿਹਨੂੰ ਵੀ ਉਹ ਗੁਰੂ ਮੰਨ ਕੇ ਚੱਲਦਾ, ਉਹ ਗੁਰੂ ਦੇ ਦਰਸ਼ਨ ਦਿਦਾਰੇ ਅਤੇ ਸਹਿਜ ਸ਼ਾਂਤੀ ਅਤੇ ਸੰਤੋਖ ਉਹਦੇ ਸਰੀਰ 'ਚ ਆਉਣਾ ਸ਼ੁਰੂ ਹੋ ਜਾਂਦਾ, ਉਹਦੀ ਚੇਤਨਾ ਪਰਿਪੱਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਇੱਥੇ ਬਖਸ਼ਿਸ਼ ਕਰਕੇ ਗਏ। ਇਸੇ ਵਿਧੀ ਨੂੰ ਲੈ ਕੇ ਅਸੀਂ ਇੱਥੇ ਧਿਆਨ ਕਰਾਉਣੇ ਆ, ਸਿਮਰਨ ਕਰਾਉਣੇ ਆ, ਜਾਪ ਕਰਾਉਣੇ ਆ, ਜੋ ਵੀ ਸੰਗਤਾਂ ਸਾਡੇ ਕੋਲ ਆਉਂਦੀਆਂ। ਅੱਗੇ ਜਦੋਂ ਇੱਥੋਂ ਜਾਣ ਵੇਲੇ ਸਤਿਗੁਰੂ ਨਿਸ਼ਾਨੀਆਂ ਬਖਸ਼ਿਸ਼ ਕਰਦੇ ਆ। ਮਾਤਾ ਸੁੰਦਰ ਕੌਰ ਆਪਣੀਆਂ ਖੜਾਮਾਂ ਦੇ ਕੇ ਜਾਂਦੇ ਆ, ਮਾਤਾ ਸਾਹਿਬ ਕੌਰ ਆਪਣਾ ਜੁੱਤਾ ਦੇ ਕੇ ਜਾਂਦੇ ਆ। ਹੋਰ ਨਿਸ਼ਾਨੀਆਂ ਜਿਹੜੀਆਂ ਇੱਥੇ ਬਿਰਾਜਮਾਨ ਨੇ, ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਆ, ਹੱਥ ਲਿਖਤ ਦਸਮ ਗ੍ਰੰਥ ਸਾਹਿਬ ਆ, ਉਹ ਸਾਰੀਆਂ ਇੱਥੇ ਸੁਸ਼ੋਭਿਤ ਨੇ। ਫਿਰ ਇੱਥੋਂ ਪਾਤਸ਼ਾਹ ਜਾਂਦੇ ਆ, ਇੱਥੋਂ ਲਵੇਰੀਸਰ ਗੁਰਦੁਆਰਾ ਸਾਹਿਬ ਆ ਥੋੜ੍ਹੀ ਦੂਰੀ 'ਤੇ, ਉੱਥੇ ਭੁੱਚੋ ਪਿੰਡ ਆ, ਬੇਰੀਆਂ ਵਾਲਾ ਗੁਰਦੁਆਰਾ ਹੈ। ਉੱਥੋਂ ਦੀ ਹੁੰਦੇ ਹੋਏ ਬੇਰੀਆਂ ਵਾਲੇ ਗੁਰਦੁਆਰੇ ਤੋਂ ਸਿੱਧੇ ਜਾਂਦੇ ਨੇ ਭਾਗੂ ਪਿੰਡ। ਪਰ ਹੁਣ ਜੇ ਅਸੀਂ ਜਾਣਾ ਹੋਵੇ ਤਾਂ ਅਸੀਂ ਨਗਰ ਕੀਰਤਨ ਜਿਹੜਾ ਲੈ ਕੇ ਜਾਵਾਂਗੇ 8 ਜੂਨ ਨੂੰ, ਉਹ ਇੱਥੋਂ ਇਹਨਾਂ ਥਾਵਾਂ ਵੀ ਦੀ ਹੁੰਦਾ ਹੋਇਆ ਤੁੰਗਵਾਲੀ ਪਿੰਡ ਦੇ ਵਿੱਚ ਦੀ ਭਾਗੂ ਪਹੁੰਚਦਾ। ਭਾਗੂ ਸਤਿਗੁਰੂ ਇੱਕ ਰਾਤ ਰਹਿੰਦੇ ਆ। ਉਦੋਂ ਬਾਅਦ ਜੱਸੀ ਚੌਂਕ ਆ ਜਿਹੜਾ, ਉਹਦੇ ਕੋਲ ਦੀ ਹੋ ਕੇ ਹਾਜੀ ਰਤਨ ਗੁਰਦੁਆਰੇ ਪਹੁੰਚੀਦਾ। ਹਾਜੀ ਰਤਨ ਗੁਰਦੁਆਰੇ ਤੋਂ ਬਾਅਦ ਉੱਥੇ ਲੰਗਰ ਪ੍ਰਸ਼ਾਦ ਛਕ ਕੇ ਸੰਗਤਾਂ ਅੱਗੇ ਕਿਲ੍ਹਾ ਸਾਹਿਬ ਜਾਂਦੀਆਂ। ਕਿਲ੍ਹਾ ਸਾਹਿਬ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਸ਼ਾਮ ਤੱਕ ਜਾਣੀ ਸਤਿਗੁਰਾਂ ਦਾ ਜੋ ਕਾਫਲਾ ਇਹ ਦਮਦਮਾ ਸਾਹਿਬ ਦੁਬਾਰਾ ਪਹੁੰਚ ਜਾਂਦਾ। ਇਹ ਇੱਥੋਂ ਦਾ ਸ਼ਡਿਊਲ ਹੈ। ਪਰ ਕਿਲ੍ਹੇ ਦੇ ਵਿੱਚ ਸਤਿਗੁਰੂ ਉਹਨਾਂ ਟਾਈਮਾਂ ਦੇ ਵਿੱਚ 20-21 ਦਿਨ ਰਹੇ ਸੀਗੇ। ਉਹ ਦਿਨਾਂ ਦੇ ਦੌਰਾਨ ਸੰਗਤਾਂ ਨੂੰ ਇੱਥੋਂ ਦੀਆਂ ਨੂੰ ਮਿਲਦੇ ਰਹੇ, ਉੱਥੇ ਰਹੇ। ਅਤੇ ਇੱਥੇ ਆਉਣ ਤੋਂ ਬਾਅਦ ਇਹ ਇੰਨਾ ਕੀ ਰੂਟ ਆ ਦਮਦਮਾ ਸਾਹਿਬ ਤੋਂ ਇਹਨਾਂ ਪਿੰਡਾਂ ਵਿੱਚ ਦੀ ਹੋ ਕੇ ਚੱਕ ਫਤਿਹ ਸਿੰਘ ਵਾਲਾ, ਚੱਕ ਫਤਿਹ ਸਿੰਘ ਵਾਲੇ ਤੋਂ ਇਹਨਾਂ ਥਾਵਾਂ ਵਿੱਚ ਦੀ ਹੋ ਕੇ ਕਿਲ੍ਹੇ ਸਾਹਿਬ ਤੋਂ ਬਾਅਦ ਤਲਵੰਡੀ ਸਾਬੋ ਦਮਦਮਾ ਸਾਹਿਬ, ਇਹ ਰੂਟ ਪਾਤਸ਼ਾਹ ਦਾ ਇੱਥੋਂ ਦਾ ਬਣਦਾ ਜੀ। ਇੱਥੇ ਆਉਣ ਲਈ ਜਿਹੜਾ ਸਭ ਤੋਂ ਸੌਖਾ ਰਸਤਾ, ਤਕਰੀਬਨ ਜਿਹੜੀਆਂ ਸੰਗਤਾਂ ਜ਼ਿਆਦਾ ਆਉਂਦੀਆਂ ਇੱਥੇ, ਹੈ ਨਾ, ਉਹ ਜਿਹੜੀਆਂ ਦੂਰ ਇਲਾਕਿਆਂ ਤੋਂ ਚੱਲੀਆਂ ਹੁੰਦੀਆਂ, ਮੁਕਤਸਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਅਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਆਉਂਦੀਆਂ, ਹੈ ਨਾ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਦਮਦਮਾ ਸਾਹਿਬ ਤੋਂ 27 ਕਿਲੋਮੀਟਰ 'ਤੇ ਪਿੰਡ ਪੈਂਦਾ ਹੈ। ਇਹ ਜਿਹੜੇ ਪਿੰਡ ਆਪਾਂ ਪਹਿਲਾਂ ਦੱਸ ਚੁੱਕੇ ਹਾਂ, ਉੱਥੋਂ ਦੀ ਇਹ ਰਸਤਾ ਆਉਂਦਾ। ਪਰ ਵੱਡੀਆਂ ਬੱਸਾਂ ਵਾਲਿਆਂ ਨੂੰ ਬੇਨਤੀ ਹੈ ਕਿ ਦਮਦਮਾ ਸਾਹਿਬ ਤੋਂ ਬਠਿੰਡਾ ਸ਼ਹਿਰ, ਬਠਿੰਡੇ ਤੋਂ ਬਰਨਾਲਾ ਰੋਡ ਦੇ ਉੱਪਰ ਪਹਿਲੀ ਭੁੱਚੋ ਪਿੰਡ ਆਉਂਦਾ, ਪੁਲ ਉਤਰਨਸਾਰ, ਉੱਥੋਂ ਇਹ ਰੋਡ ਮੁੜਦਾ ਇੱਧਰ ਨੂੰ ਪਿੰਡ ਚੱਕ ਫਤਿਹ ਸਿੰਘ ਵਾਲਾ ਨੂੰ, ਉਹ ਸਿੱਧਾ ਇਸ ਗੁਰਦੁਆਰੇ 'ਚ ਹੀ ਆਉਂਦਾ। ਜਾਣੀ ਬੱਸਾਂ ਗੱਡੀਆਂ 'ਤੇ ਆਉਣ ਵਾਲੇ ਲੋਕ ਆ ਜਿਹੜੇ ਉਹ ਭੁੱਚੋ ਕੈਂਚੀਆਂ ਤੋਂ, ਭੁੱਚੋ ਮੰਡੀ ਤੋਂ ਇੱਥੇ ਆ ਸਕਦੇ ਆ। ਜਿਹੜੇ ਮਤਲਬ ਆਪਣੀਆਂ ਗੱਡੀਆਂ 'ਤੇ ਆਉਂਦੇ ਇੱਧਰੋਂ ਜਿਹੜੀ ਕਹਿੰਦਾ ਮਾਨਸਾ ਵਾਲਾ ਹੀ ਰੋਡ ਪੈ ਜਾਂਦਾ, ਬਠਿੰਡਾ ਮਾਨਸਾ, ਉਹ ਕੋਟ ਫੱਤੇ ਤੋਂ ਇੱਧਰ ਨੂੰ ਆ ਸਕਦੇ ਆ। ਇਹ ਭੁੱਚੋ ਮੰਡੀ ਦੇ ਬਿਲਕੁਲ ਨਜ਼ਦੀਕ ਪਿੰਡ ਆ ਚੱਕ ਫਤਿਹ ਸਿੰਘ ਵਾਲਾ। 3 ਚੱਕ ਇੱਥੇ ਇਕੱਠੇ ਨੇ।
ਇਸ ਨਗਰ ਨੂੰ ਜਿੱਥੇ ਇਹ ਇਤਿਹਾਸਕ ਪਿੰਡ ਹੈ ਉੱਥੇ ਸਿਆਸੀ ਤੌਰ 'ਤੇ ਵੀ ਕਾਫੀ ਮਸ਼ਹੂਰ ਪਿੰਡ ਹੈ। ਇਸ ਪਿੰਡ ਦੇ ਵਿੱਚ ਵੱਡੇ ਬਾਦਲ ਸਾਹਿਬ ਵਿਆਹੇ ਹੋਏ ਆ, ਉਹਨਾਂ ਦਾ ਸਹੁਰਾ ਪਿੰਡ ਹੈ। ਚੱਕਾਂ ਦੇ ਵਿੱਚ ਜਦੋਂ ਆ ਕੇ ਉਲਝਦਾ ਤਾਂ ਕਈ ਵਾਰ ਇਹ ਕਹੇ ਤੋਂ ਹੀ ਪਤਾ ਲੱਗ ਜਾਂਦਾ ਕਿ ਬਾਦਲ ਦੇ ਸਹੁਰਿਆਂ ਦੇ ਪਿੰਡ ਜਾਣਾ। ਤਾਂ ਇਹ ਨਗਰ ਇੱਥੇ ਵਸਿਆ ਹੋਇਆ। ਇੱਥੇ ਜਦੋਂ ਵੀ ਆਉਣਾ ਤੁਸੀਂ ਦਰਸ਼ਨ ਦਿਦਾਰੇ ਕਰਨ ਤਾਂ ਭੁੱਚੋ ਮੰਡੀ ਦੇ ਬਿਲਕੁਲ ਨਜ਼ਦੀਕ ਆ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਕੀਤੀ ਬਾਬਾ ਜਸਵੀਰ ਸਿੰਘ ਜੀ ਨਾਲ। ਇਹਨਾਂ ਨੇ ਦੱਸਿਆ ਕਿ ਮਨ ਦੀ ਸ਼ਾਂਤੀ ਹੋਣੀ ਬਹੁਤ ਜ਼ਰੂਰੀ ਹੈ, ਅਤੇ ਜੇ ਕਿਸੇ ਨੇ ਮਨ ਦੀ ਸ਼ਾਂਤੀ ਕਰਨੀ ਹੈ ਤਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਵਾਰੀ ਜ਼ਰੂਰ ਦਰਸ਼ਨ ਕਰਕੇ ਜਾਓ, ਕਿਉਂਕਿ ਇੱਥੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਜੋ ਪਈਆਂ ਨੇ। ਸੋ ਬਾਬਾ ਜੀ ਨੇ ਇਹ ਵੀ ਗੱਲ ਦੱਸੀ ਕਿ ਜਿਹੜਾ ਸਮਾਗਮ ਹੈ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਹੁੰਦਾ ਹੈ, ਤਾਂ ਕਰਕੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੰਗੀ ਤਰ੍ਹਾਂ ਸੁਣੋ, ਸਕਿਪ ਨਾ ਕਰੋ, ਤਾਂ ਕਿ ਜਿੰਨਾ ਵੀ ਸ਼ਡਿਊਲ ਹੈ, ਕਿਉਂਕਿ ਬਹੁਤ ਸਾਰੀ ਸੰਗਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਆਉਣਾ ਹੁੰਦਾ ਹੈ। ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਮੈਂਟ ਕਰੋ, ਲਾਈਕ ਕਰੋ ਅਤੇ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਲਾਈਕ ਕਰੋ ਸਾਡਾ Facebook ਪੇਜ।